ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇਹ ਆਡੀਓ ਰਿਕਾਰਡਿੰਗ ਜੋ ਪਾਈ ਹੈ ਆਪ ਜੀ ਨੇ ਸੁਣੀ ਹੀ ਹੋਵੇਗੀ। ਇਹਦੇ ਵਿੱਚ ਬਹੁਤ ਵਧੀਆ ਪ੍ਰਮਾਣ ਦੇ ਕੇ ਸਮਝਾਇਆ ਹੈ ਵੀ ਗੁਰੂ ਸਾਹਿਬ ਜੀ ਬਹੁਤ ਸਹਿਜ ਅਤੇ ਸਰਲ ਤਰੀਕੇ ਦੇ ਨਾਲ ਨਦੀ 'ਚ ਬੇੜੀ 'ਚ ਬੈਠ ਕੇ ਨਦੀ ਪਾਰ ਹੋ ਗਏ ਹਨ। ਦਰਅਸਲ ਜਿਹੜਾ ਵਾਸਤਵਿਕ ਦੇ ਵਿੱਚ ਪ੍ਰਭੂ ਦਾ ਪਿਆਰਾ ਹੁੰਦਾ ਹੈ ਨਾ, ਉਹ ਆਪਣੇ ਆਪ ਨੂੰ ਵਿਸ਼ਿਸ਼ਟ ਨਹੀਂ ਦਿਖਾਉਂਦਾ ਵੀ ਮੈਂ ਵਿਸ਼ਿਸ਼ਟ ਹਾਂ, ਮੈਂ ਵਿਸ਼ੇਸ਼ ਹਾਂ, ਮੇਰੇ 'ਚ ਕੁਛ ਸ਼ਕਤੀ ਹੈ, ਮੈਂ ਤੁਹਾਡੇ ਨਾਲੋਂ ਭਿੰਨ ਹਾਂ ਜਾਂ ਮੈਂ ਖਾਸ ਹਾਂ। ਜੋ ਆਪਣੇ ਆਪ ਨੂੰ ਖਾਸ ਸਮਝਦਾ ਹੈ, ਵਿਸ਼ਿਸ਼ਟ ਸਮਝਦਾ ਹੈ, ਉਹਨੂੰ ਹੀ ਤੇ ਆਪਾਂ ਹੰਕਾਰੀ ਕਹਿੰਦੇ ਹਾਂ। ਹੰਕਾਰੀ ਦਾ ਮਤਲਬ ਹੀ ਇਹ ਹੁੰਦਾ ਹੈ ਵੀ ਮੈਂ ਕੁਛ ਖਾਸ ਹਾਂ, ਮੇਰੇ 'ਚ ਦਿਮਾਗ ਜ਼ਿਆਦਾ ਹੈ, ਮੇਰੇ 'ਚ ਗਿਆਨ ਜ਼ਿਆਦਾ ਹੈ, ਮੈਂ ਤੁਹਾਡੇ ਨਾਲੋਂ ਵਿਸ਼ਿਸ਼ਟ ਹਾਂ, ਮੇਰੇ 'ਚ ਕੋਈ ਕਰਾਮਾਤ ਹੈ। ਆਮ ਦੁਨਿਆਵੀ ਲੋਕ ਕਹਿੰਦੇ ਵੀ ਹਨ ਕੁਛ ਨਵਾਂ ਕਰਕੇ ਦਿਖਾ ਲਓ, ਤੁਹਾਡੀ ਵਿਸ਼ੇਸ਼ਟਤਾ ਦਾ ਪਤਾ ਲੱਗੇ। ਜੇ ਤੁਸੀਂ ਵਿਸ਼ਿਸ਼ਟ ਹੋਵੋਗੇ ਤਾਂ ਹੀ ਵਡਿਆਈ ਹੋਊਗੀ ਨਾ, ਮਾਣ ਮਿਲੂਗਾ। ਜੇ ਆਮ ਲੋਕਾਂ ਵਰਗੇ ਹੀ ਤੁਸੀਂ ਕੰਮ ਕਰਦੇ ਰਹੇ ਫਿਰ ਵਡਿਆਈ ਥੋੜ੍ਹੀ ਮਿਲਣੀ। ਕੁਛ ਐਸਾ ਕਰੋਗੇ ਜਿਹੜਾ ਕਿਸੇ ਨੇ ਨਹੀਂ ਕੀਤਾ ਹੈ, ਬੜੀ ਪ੍ਰਸ਼ੰਸਾ ਮਿਲਦੀ। ਅਤੇ ਜਿਹੜਾ ਆਦਮੀ ਆਪਣੇ ਆਪ ਨੂੰ ਵਿਸ਼ਿਸ਼ਟ ਦਿਖਾਉਣ ਦੀ ਖਾਤਰ ਕੁਛ ਕਰਦਾ ਹੈ ਨਾ, ਉਹ ਅਹੰਕਾਰੀ ਹੈ। ਮੈਂ ਦੇ ਨਾਲ ਜੁੜਿਆ ਹੋਇਆ, ਸਰੀਰ ਦੇ ਨਾਲ ਜੁੜਿਆ ਹੋਇਆ, ਕਿਉਂਕਿ ਸਰੀਰ ਨੂੰ ਦਿਖਾ ਰਿਹਾ ਹੈ ਨਾ ਆਪਣੇ ਨੂੰ ਮੈਂ ਖਾਸ। ਅਤੇ ਜਿਹੜੇ ਵਾਸਤਵਿਕ ਦੇ ਵਿੱਚ ਖਾਸ ਹੁੰਦੇ ਹਨ ਨਾ, ਉਹ ਆਪਣੀ ਖਾਸੀਅਤ ਪ੍ਰਗਟ ਨਹੀਂ ਕਰਦੇ। ਉਹ ਕਹਿੰਦੇ ਹਨ ਬਿਲਕੁਲ ਅਸੀਂ ਆਮ ਇਨਸਾਨ ਹੀ ਹਾਂ, ਤੁਹਾਡੇ ਵਰਗੇ ਹੀ ਹਾਂ, ਉੱਦਾਂ ਹੀ ਖਾਂਦੇ ਹਾਂ, ਉੱਦਾਂ ਹੀ ਪੀਂਦੇ ਹਾਂ, ਉੱਦਾਂ ਹੀ ਰਹਿੰਦੇ। ਸਾਨੂੰ ਵੀ ਠੰਡ ਲੱਗਦੀ ਹੈ, ਉੱਤੇ ਕੱਪੜਾ ਲੈਂਦੇ ਹਾਂ, ਗਰਮੀ ਲੱਗਦੀ ਹੈ ਤਾਂ ਦੇਖੋ ਪੱਖਾ ਚਲਾਉਂਦੇ। ਵਿਸ਼ੇਸ਼ਟ ਨਹੀਂ ਹਾਂ ਅਸੀਂ, ਆਪਾਂ ਸਾਰੇ ਇੱਕ ਹਾਂ, ਇੱਕ ਤੋਂ ਹੀ ਸਾਰੇ ਚੱਲ ਰਹੇ ਹਾਂ। ਜਿਵੇਂ ਦਰੱਖਤ ਹਨ ਨਾ ਬਾਹਰ, ਕੋਈ ਲੰਬਾ ਹੋ ਗਿਆ, ਕੋਈ ਛੋਟਾ ਹੈ, ਕੋਈ ਮਧਰਾ ਹੈ, ਅਤੇ ਇਹਨਾਂ 'ਚ ਕੋਈ ਹੰਕਾਰ ਨਹੀਂ ਹੈ ਵੀ ਮੈਂ ਤੇਰੇ ਤੋਂ ਲੰਬਾ ਹਾਂ, ਤੂੰ ਛੋਟਾ ਰਹਿ ਗਿਆ। ਨਹੀਂ, ਜੈਸਾ ਪ੍ਰਕਿਰਤੀ ਨੇ ਪੈਦਾ ਕੀਤਾ ਠੀਕ, ਇਹ ਸੰਤੁਸ਼ਟ ਹਨ, ਪਰ ਆਦਮੀ ਸੰਤੁਸ਼ਟ ਨਹੀਂ ਹੈ। ਫਿਰ ਇਸ ਰਿਕਾਰਡਿੰਗ ਦੇ ਵਿੱਚ ਗਿਆਨੀ ਜੀ ਕਹਿ ਰਹੇ ਹਨ ਵੀ ਮਨ ਸਦਾ ਚੱਲਦਾ ਰਹਿੰਦਾ ਹੈ, ਕੁਛ ਵਿਚਾਰਦਾ ਹੈ, ਕੁਛ ਸੋਚਦਾ ਹੈ, ਜਾਂ ਕੁਛ ਫਿਰ ਯਾਦ ਕਰਦਾ ਰਹੇਗਾ ਕਿਸੇ ਨੂੰ। ਅਤੇ ਜਿਹੜਾ ਮਨ ਦੇ ਤਲ 'ਤੇ ਜੀ ਰਿਹਾ ਹੈ ਨਾ, ਖਿਆਲ ਵਿੱਚ ਰੱਖਣਾ ਹੈ, ਭਾਵੇਂ ਉਹ ਬਹੁਤ ਵੱਡਾ ਵਿਦਵਾਨ ਹੋਵੇ। ਮੈਂ ਗਿਆਨੀ ਸੰਤ ਸਿੰਘ ਮਸਕੀਨ ਨੂੰ ਬਹੁਤ ਉੱਚ ਕੋਟੀ ਦਾ ਵਿਦਵਾਨ ਮੰਨਦਾ ਹਾਂ। ਜਦੋਂ ਪਹਿਲ ਟੀਵੀ 'ਤੇ ਰਿਕਾਰਡਿੰਗ ਚੱਲੀ ਤਾਂ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਰਿਕਾਰਡਿੰਗ ਚੱਲਦੀ ਹੁੰਦੀ ਸੀ।
ਉਸੇ ਟਾਈਮ ਹੀ ਉਹਨਾਂ ਦੀ ਰਿਕਾਰਡਿੰਗ ਕੱਟ ਕੇ ਅਤੇ ਹਫ਼ਤੇ ਬਾਅਦ ਜੋ ਮੈਂ ਇੱਧਰੋਂ ਭੇਜਦਾ ਸੀ ਉਹ TV ਵਾਲੇ ਚਲਾਉਂਦੇ ਹੁੰਦੇ ਸਨ, ਚੜ੍ਹਦੀ ਕਲਾ ਟਾਈਮ TV ਵਾਲੇ। ਅਤੇ ਬਹੁਤ ਸਾਰੇ ਸਰੋਤੇ ਗਿਆਨੀ ਸੰਤ ਸਿੰਘ ਜੀ ਨੂੰ ਸੁਣਨ ਵਾਲੇ ਸਨ। ਅਤੇ ਕਈਆਂ ਨੇ ਮੈਨੂੰ ਬਾਅਦ 'ਚ ਵੀ ਟੈਲੀਫੋਨ ਕਰ ਕਰਕੇ ਦੱਸਿਆ ਸੀ ਵੀ ਅਸੀਂ ਗਿਆਨੀ ਜੀ ਨੂੰ ਬਹੁਤ ਸਮੇਂ ਤੋਂ ਸੁਣਦੇ ਆ ਰਹੇ ਹਾਂ, ਤੁਹਾਡੀ ਗੱਲ ਸਾਨੂੰ ਥੋੜ੍ਹੀ ਥੋੜ੍ਹੀ ਸਮਝ ਵਿੱਚ ਆ ਰਹੀ। ਅਤੇ ਮੈਂ ਉਹਨਾਂ ਨੂੰ ਅਕਸਰ ਕਹਿੰਦਾ ਹੁੰਦਾ ਸੀ, ਅਗਰ ਗਿਆਨੀ ਸੰਤ ਸਿੰਘ ਜੀ ਮਸਕੀਨ ਨੂੰ ਜਿਹਨੇ ਧਿਆਨ ਨਾਲ ਸੁਣਿਆ ਹੈ ਨਾ, ਤੋ ਜ਼ਰੂਰ ਸਮਝੇਗਾ, ਕਿਉਂਕਿ ਉਹ ਅਜੋਕੇ ਸਮੇਂ ਦੇ ਸ਼੍ਰੋਮਣੀ ਕਥਾਵਾਚਕ ਹਨ। ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਸਮਝਾਇਆ ਹੈ, ਜਿੱਥੋਂ ਤੱਕ ਉਹ ਸਮਝਾ ਸਕਦੇ ਸਨ, ਪਰ ਉੱਥੋਂ ਤੱਕ ਬਸ ਨਹੀਂ ਹੈ ਨਾ। ਜਿੱਥੋਂ ਤੱਕ ਉਹ ਸਮਝਾ ਸਕਦੇ ਸਨ ਸਮਝਾਇਆ ਹੈ, ਅਤੇ ਬਹੁਤ ਵਧੀਆ ਸਮਝਾਇਆ ਹੈ। ਅਤੇ ਅੱਜ ਜਦੋਂ ਮੈਂ ਸੰਤ ਸਿੰਘ ਮਸਕੀਨ ਬਾਰੇ ਪਿੱਛੇ ਜੇ ਕਿਹਾ ਹੈ ਨਾ ਵੀ ਉਹ ਪ੍ਰਚਾਰਕ ਸਨ, ਕਥਾਵਾਚਕ ਸਨ, ਅਤੇ ਮੈਨੂੰ ਪਤਾ ਸੀ ਵੀ ਬਹੁਤੇ ਉਹਨਾਂ ਨੂੰ ਸੁਣਨ ਵਾਲੇ ਉਹਨਾਂ ਬਾਹਰੋਂ ਜੁੜ ਜਾਂਦੇ ਹਨ। ਹੁਣ ਗਿਆਨੀ ਜੀ ਤੇ ਸਰੀਰ ਕਰਕੇ ਨਹੀਂ ਹਨ, ਪਰ ਸੁਣਨ ਵਾਲਿਆਂ ਦਾ ਮੋਹ ਪੈ ਜਾਂਦਾ ਹੈ, ਅਤੇ ਮੋਹ ਤੋੜਨਾ ਵੀ ਲਾਜ਼ਮੀ ਹੁੰਦਾ ਹੈ, ਕਿਉਂਕਿ ਜਿਹਦੇ ਨਾਲ ਮੋਹ ਪਿਆ ਹੋਇਆ ਹੈ ਨਾ ਉਹ ਹੈ ਨਹੀਂ। ਇਵੇਂ ਹੀ ਤੇ ਲੋਕ ਆ ਦੇਖੋ ਕਲਾਕਾਰਾਂ ਨਾਲ ਮੋਹ ਪਾ ਲੈਂਦੇ ਹਨ। ਸਾਡਾ ਫੇਵਰਟ ਕਲਾਕਾਰ ਹੈ, ਕੋਈ ਕਹਿੰਦਾ ਹੈ, ਕੋਈ ਗਾਉਣ ਵਾਲਾ ਹੈ, ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਫੇਵਰਟ ਹੁੰਦਾ ਹੈ। ਇੱਦਾਂ ਹੀ ਪ੍ਰਚਾਰਕ ਹੁੰਦੇ। ਅਤੇ ਕੋਈ ਕਹਿ ਦੇਵੇ ਵੀ ਇਹ ਕੋਈ ਖਾਸ ਨਹੀਂ ਹੈ, ਅਤੇ ਬਹੁਤ ਲੋਕ ਨਾਰਾਜ਼ ਹੁੰਦੇ ਹਨ, ਲੜ ਪੈਂਦੇ ਹਨ। ਇਹਦਾ ਭਾਵ ਇਹ ਨਹੀਂ ਵੀ ਜਿਹਨੂੰ ਤੁਸੀਂ ਸਮਝਦੇ ਹੋ ਤੇ ਵੈਸੇ ਹੀ ਸਾਰੇ ਸਮਝਣਗੇ, ਨਹੀਂ, ਤੁਹਾਡਾ ਆਪਣਾ ਖਿਆਲ ਹੈ, ਤੁਸੀਂ ਆਪਣੇ ਖਿਆਲ ਦੇ ਨਾਲ ਜੁੜ ਰਹੇ। ਤਦੇ ਮੈਂ ਕਹਿ ਰਿਹਾ ਨਾ, ਤੁਸੀਂ ਜਦੋਂ ਪਿੱਛੇ ਜਿਹੜੇ ਬੀਤ ਚੁੱਕੇ ਹਨ, ਭਾਵੇਂ ਉਹ ਪ੍ਰਭੂ ਦੇ ਪਿਆਰੇ ਸਨ, ਪਰ ਉਹਨਾਂ ਨੂੰ ਤੁਸੀਂ ਜਾਣਦੇ ਨਹੀਂ ਹੋ, ਤੁਸੀਂ ਇੱਕ ਖਿਆਲ ਦੇ ਨਾਲ ਜੁੜ ਜਾਂਦੇ। ਤਾਂ ਉਸ ਖਿਆਲ ਦੇ ਨਾਲ ਜੁੜਨ ਕਰਕੇ ਹੀ ਤੁਸੀਂ ਫਿਰ ਅੱਗੇ ਨਹੀਂ ਵੱਧ ਪਾਉਂਦੇ। ਅਤੇ ਜਿਹੜਾ ਖਿਆਲ ਦੇ ਨਾਲ ਨਹੀਂ ਜੁੜਦਾ, ਉਹਦਾ ਫਿਰ ਬੌਧਿਕ ਵਿਕਾਸ ਹੁੰਦਾ। ਖਿਆਲ ਦਾ ਮਤਲਬ ਕੀ ਹੋਇਆ ਵੀ ਮੈਂ ਜੋ ਸੋਚ ਰਿਹਾ ਹਾਂ, ਜੋ ਸਮਝਿਆ ਹੈ, ਮੈਂ ਜਾਣਦਾ, ਬਸ ਇਹੋ ਹੀ ਠੀਕ ਹੈ। ਫਿਰ ਜੇ ਇਹੋ ਹੀ ਠੀਕ ਹੈ ਤਾਂ ਅੱਗੇ ਕਿਵੇਂ ਸਮਝੋਗੇ ਤੁਸੀਂ? ਫਿਰ ਅੱਗੇ ਚੱਲੋਗੇ ਹੀ ਨਹੀਂ ਨਾ। ਨਹੀਂ, ਉਹੋ ਹੀ ਅੱਗੇ ਚੱਲਦਾ ਹੈ ਜਿਹੜਾ ਪਕਸ਼ਪਾਤ ਤੋਂ ਬਿਨਾਂ ਸੁਣਦਾ, ਜਿਹੜਾ ਸਹਿਜ ਧਿਆਨਪੂਰਵਕ ਸੁਣਦਾ ਅਤੇ ਸਮਝਦਾ। ਐਸੇ ਬਹੁਤ ਸਰੋਤੇ ਹਨ ਜਿਹੜੇ ਸੁਣ ਰਹੇ ਹਨ, ਅਤੇ ਐਸਾ ਨਹੀਂ ਹੈ ਵੀ ਜਿਹੜੇ ਆ ਵਿੱਚੋਂ ਨਿਕਲ ਜਾਂਦੇ ਹਨ, ਭਾਵੇਂ ਉਹ ਕੋਈ ਵੀ ਕਾਰਨ ਹੋਵੇ, ਨਾਰਾਜ਼ਗੀ ਦਾ ਹੋਵੇ ਜਾਂ ਕੁਛ ਵੀ ਹੋਵੇ, ਕਿ ਉਹ ਬਿਲਕੁਲ ਹੀ ਦੂਰ ਚਲੇ ਜਾਣਗੇ। ਨਹੀਂ, ਉਹ ਸੁਣਨਗੇ ਅਗਰ ਮੈਨੂੰ ਸੁਣਿਆ ਹੈ ਉਹਨਾਂ ਨੇ। ਆਹ ਦੇਖੋ, ਇੱਕ ਪ੍ਰੇਮੀ ਨੇ ਮੈਨੂੰ ਅਲਹਿਦਾ ਮੈਸੇਜ ਕੀਤਾ ਹੈ ਵੀ ਮੈਂ ਗਲਤੀ ਦੇ ਨਾਲ
ਗਰੁੱਪ 'ਚੋਂ ਬਾਹਰ ਹੋ ਗਿਆ ਤੇ ਮੈਨੂੰ ਕਿਰਪਾ ਕਰਕੇ ਦੁਬਾਰਾ ਐਡ ਕਰਾ ਦਿਓ। ਕਿਹਾ ਤੇ ਉਹਨੇ ਇੱਦਾਂ ਹੈ, ਪਰ ਕਈ ਵਾਰ ਆਦਮੀ ਨੂੰ ਚੋਟ ਜ਼ਿਆਦਾ ਲੱਗ ਜਾਂਦੀ ਹੈ ਨਾ, ਤੇ ਗੁੱਸੇ 'ਚ ਵੀ ਆਦਮੀ ਕਹਿੰਦਾ ਇੱਕ ਪਾਸੇ ਹੋਣ ਦੀ ਕੋਸ਼ਿਸ਼ ਕਰਦਾ, ਨਿਕਲ ਜਾਂਦਾ। ਪਰ ਫਿਰ ਖਿਆਲ ਦੇ ਵਿੱਚ ਤੇ ਆਉਂਦੀ ਹੈ ਨਾ ਗੱਲ, ਕਦੇ ਨਾ ਕਦੇ ਤੇ ਫਿਰ ਖਿਆਲ ਵਿੱਚ ਆਊਗੀ, ਗੱਲ ਤੇ ਠੀਕ ਸੀ। ਹੌਲੀ ਹੌਲੀ ਫਿਰ ਸਮਝ ਵਿੱਚ ਆਉਂਦੀ ਹੈ, ਤੇ ਜਿੰਨੀ ਸਮਝ ਵਿੱਚ ਆਉਂਦੀ ਹੈ ਉਸ ਤੋਂ ਅੱਗੇ ਵੀ ਬਹੁਤ ਕੁਛ ਹੈ ਨਾ। ਹੁਣ ਗਿਆਨੀ ਜੀ ਕਹਿ ਰਹੇ ਹਨ ਵੀ ਮਨ ਚੱਲਦਾ ਰਹਿੰਦਾ ਹੈ, ਸੋਚਦਾ ਰਹਿੰਦਾ ਹੈ। ਜਿਵੇਂ ਮੈਂ ਪਿੱਛੇ ਵੀ ਕਈ ਵਾਰ ਕਹਿੰਦਾ ਹੁੰਦਾ ਹਾਂ, ਜਿਵੇਂ ਚਲਤੀ ਕਾ ਨਾਮ ਗਾੜੀ, ਵੀ ਜਿਹੜੀ ਚੱਲ ਰਹੀ ਹੈ ਉਹਨੂੰ ਕਹਿੰਦੇ ਹਨ ਗੱਡੀ। ਚੱਲ ਰਹੀ, ਖੜੀ ਨੂੰ ਕਹਿ ਦਿੰਦੇ ਹਾਂ ਆਪਾਂ ਵੈਸੇ ਗੱਡੀ, ਪਰ ਨਾਂ ਤੇ ਇਵੇਂ ਰੱਖਿਆ ਹੋਇਆ ਨਾ ਕਿਸੇ ਨੇ। ਜਿਵੇਂ ਤੂਫਾਨ ਚੱਲ ਰਿਹਾ ਹੋਵੇ ਤੇ ਆਪਾਂ ਉਹਨੂੰ ਕਹਿੰਦੇ ਹਾਂ ਤੂਫਾਨ। ਤੇ ਕਦੀ ਆਪਾਂ ਇਹ ਵੀ ਸੁਣਿਆ ਹੈ ਵੀ ਸ਼ਾਂਤ ਤੂਫਾਨ। ਤੂਫਾਨ ਤੇ ਸ਼ਾਂਤ ਨਹੀਂ ਹੋਵੇਗਾ ਨਾ, ਸ਼ਾਂਤ ਜਿੱਥੇ ਹੋਵੇਗਾ ਉੱਥੇ ਤੂਫਾਨ ਨਹੀਂ ਹੋਵੇਗਾ। ਇੱਦਾਂ ਹੀ ਵਿਚਾਰ ਹਨ, ਵਿਚਾਰ ਅੰਦਰ ਚੱਲ ਰਹੇ ਹਨ, ਤੋ ਕਾਮ ਕਰਕੇ ਚੱਲਦੇ ਹਨ, ਕ੍ਰੋਧ ਕਰਕੇ ਚੱਲਦੇ ਹਨ, ਲੋਭ ਕਰਕੇ ਚੱਲਦੇ ਹਨ, ਮੋਹ ਕਰਕੇ ਚੱਲਦੇ ਹਨ, ਤੇ ਹੰਕਾਰ ਕਰਕੇ ਚੱਲਦੇ ਹਨ। ਪਰ ਜਿਹੜਾ ਵਿਚਾਰਾਂ ਤੋਂ ਮੁਕਤ ਨਹੀਂ ਨਾ ਹੋਇਆ ਕਦੇ ਵੀ, ਰੰਚਕ ਮਾਤਰ ਵੀ ਅਗਰ ਕੋਈ ਹੋ ਜਾਵੇ ਨਾ, ਤਾਂ ਉਹਨੂੰ ਖਿਆਲ ਵਿੱਚ ਆ ਸਕਦਾ ਹੈ ਵੀ ਇਹਨਾਂ ਵਿਚਾਰਾਂ ਤੋਂ ਬਿਨਾਂ ਵੀ ਜੀਆ ਜਾ ਸਕਦਾ ਹੈ। ਪਰ ਜਿਹੜਾ ਕਦੀ ਮੁਕਤ ਨਹੀਂ ਹੋਇਆ ਹੈ, ਸਦਾ ਹੀ ਵਿਚਾਰ ਦੇ ਤਲ 'ਤੇ। ਇਸੇ ਕਰਕੇ ਆਦਮੀ ਨੂੰ ਮਨੁੱਖ ਕਿਹਾ ਹੈ, ਮਨ ਦੇ ਤਲ 'ਤੇ ਜੀਣ ਵਾਲਾ, ਵਿਚਾਰਵਾਨ ਪ੍ਰਾਣੀ ਆਦਮੀ, ਮਨ ਦੇ ਤਲ 'ਤੇ ਜੀਣ ਵਾਲਾ ਮਨੁੱਖ। ਤੇ ਜਿਹੜਾ ਮਨ ਤੋਂ ਪਾਰ ਹੋ ਜਾਂਦਾ ਹੈ, ਉਹ ਫਿਰ ਮਨੁੱਖਤਾ ਤੋਂ ਵੀ ਪਾਰ ਹੋ ਗਿਆ, ਉਹ ਪ੍ਰਭੁਤਾ 'ਚ ਪਹੁੰਚ ਗਏ। ਪਰ ਐਸਾ ਬਾਹਰੋਂ ਤੁਹਾਡੇ ਖਿਆਲ ਵਿੱਚ ਕਦੇ ਨਹੀਂ ਆਵੇਗਾ। ਕਈ ਪ੍ਰੇਮੀ ਪੁੱਛ ਲੈਂਦੇ ਹਨ ਨਾ ਵੀ ਸ਼ਾਂਤ ਪੁਰਸ਼ ਦੀ ਸੰਤ ਦੀ ਕੀ ਪਹਿਚਾਣ ਹੈ। ਨਹੀਂ, ਤੁਸੀਂ ਦੇਖ ਹੀ ਨਹੀਂ ਸਕਦੇ। ਸ਼ਾਂਤ ਹੋਵੋਗੇ ਤੇ ਫਿਰ ਤੁਹਾਨੂੰ ਦਿਖੂਗਾ, ਉੱਦਾਂ ਥੋੜ੍ਹੀ ਦਿਖ ਸਕਦਾ ਬਾਹਰ, ਕੋਈ ਪਹਿਚਾਣ ਹੀ ਨਹੀਂ। ਤੇ ਸ਼ਾਂਤ ਹੋਵੋਗੇ, ਸੰਤੁਸ਼ਟ ਹੋ ਕੇ। ਜਿਵੇਂ ਇੱਕ ਪ੍ਰੇਮੀ ਨੇ ਹੋਰ ਵੀ ਮਸਕੀਨ ਜੀ ਦੀ ਇੱਕ ਰਿਕਾਰਡਿੰਗ ਭੇਜੀ ਹੈ, ਉਹਦੇ ਵਿੱਚ ਉਹ ਕਹਿ ਰਹੇ ਹਨ ਵੀ ਜਿਹੜਾ ਆਦਮੀ ਸੰਤੁਸ਼ਟ ਹੋ ਜਾਂਦਾ ਹੈ, ਸੰਤੋਖੀ ਸਦਾ ਸੁਖੀ। ਪਰ ਸੰਤੁਸ਼ਟ ਦਾ ਅਰਥ ਵੀ ਕਥਾਵਾਚਕ ਇਹੋ ਹੀ ਕਰਦੇ ਹਨ ਵੀ ਜੋ ਕੁਛ ਵੀ ਰੱਬ ਨੇ ਦਿੱਤਾ ਹੈ ਉਹਦੇ 'ਚ ਸਬਰ ਕਰੋ, ਵੀ ਠੀਕ ਹੈ ਜੋ ਰੱਬ ਨੇ ਦਿੱਤਾ ਹੈ ਠੀਕ, ਸੰਤੁਸ਼ਟ ਵੀ ਜੋ ਕੁਛ ਵੀ ਦਿੱਤਾ ਹੈ ਠੀਕ ਹੈ। ਇੱਦਾਂ ਤਾਂ ਤੁਸੀਂ ਰੋਜ਼ ਹੀ ਕਹਿੰਦੇ ਹੋ, ਕੁਛ ਬਦਲਦਾ ਨਹੀਂ। ਇੱਦਾਂ ਦੇ ਲੋਕ ਕਹਿੰਦੇ ਹੀ ਹਨ, ਦੂਸਰੇ ਘਰਾਂ ਦੇ ਵਿੱਚ ਜਾ ਕੇ ਕਹਿੰਦੇ ਹਨ, ਕੋਈ ਮਰ ਜਾਵੇ ਨਾ, ਹਾਂ ਰੱਬ ਦਾ ਭਾਣਾ ਸੀ, ਜਿੰਨੇ ਸਵਾਸ ਸੀ ਭੋਗ ਕੇ ਚਲੇ ਗਿਆ, ਹੁਕਮ ਮੰਨੋ ਭਾਣਾ ਮੰਨੋ, ਇੱਦਾਂ ਕਹਿੰਦੇ ਹਨ।
ਪਰ ਜਿਨ੍ਹਾਂ ਦਾ ਚਲੇ ਗਿਆ, ਜਿਨ੍ਹਾਂ ਨੂੰ ਮੋਹ ਸੀ, ਉਹਨਾਂ ਕੋਲ ਮਨ ਨਹੀਂ ਹੁੰਦਾ ਹੈ। ਫਿਰ ਜਿਹੜੇ ਕਹਿਣ ਵਾਲੇ ਸੀ ਨਾ, ਉਹਨਾਂ ਦੇ ਘਰ ਕੋਈ ਮਰਦਾ ਹੈ, ਫਿਰ ਉਹ ਦੂਸਰਾ ਕਹਿਣ ਵਾਲਾ ਆ ਜਾਂਦਾ ਹੈ। ਭਾਣਾ ਮੰਨੋ ਹੁਕਮ ਮੰਨੋ, ਚੱਲਣ ਵਾਲਾ ਤੇ ਚਲੀ ਗਈ। ਇਹ ਗੱਲਾਂ ਬਾਤਾਂ ਦੇ ਨਾਲ ਕੁਛ ਵੀ ਨਹੀਂ ਹੁੰਦਾ ਹੈ। ਸੋਚੀ ਜਾਓ ਵੀ ਸੰਤੁਸ਼ਟ ਹਾਂ ਮੈਂ, ਕੋਈ ਚਾਹੀਦਾ। ਸੰਤੁਸ਼ਟ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਬਾਹਰੋਂ ਇੰਨਾ ਹੀ ਕਹਿੰਦੇ ਰਹੋ ਵੀ ਬਹੁਤ ਕੁਛ ਹੈ, ਠੀਕ ਹੈ। ਅਗਰ ਵਾਸਤਵਿਕ ਦੇ ਵਿੱਚ ਠੀਕ ਹੈ, ਤੁਸੀਂ ਵਾਸਤਵਿਕ ਦੇ ਵਿੱਚ ਸੰਤੁਸ਼ਟ ਹੋ ਨਾ, ਤੁਹਾਡੀ ਕੋਈ ਵੀ ਚਾਹਤ ਨਹੀਂ ਹੈ। ਤੇ ਫਿਰ ਮਨ ਨਹੀਂ ਚੱਲੇਗਾ। ਫਿਰ ਮਨ ਕਿਵੇਂ ਚੱਲੇਗਾ? ਕਹਿੰਦੇ ਜਿਸਕੋ ਕੁਛ ਨਹੀਂ ਚਾਹੀਏ वो ही शहंशाह। ਜੇ ਚਾਹੀਦਾ ਹੀ ਕੁਝ ਨਹੀਂ। ਜਦੋਂ ਆਪਣੀ ਕੋਈ ਚਾਹਤ ਹੈ ਨਾ, ਤਾਂ ਹੀ ਮਨ ਚੱਲਦਾ ਹੈ। ਪਰ ਇਹ ਗੱਲ ਸਮਝ ਵਿੱਚ ਕਿਵੇਂ ਆ? ਹੁਣ ਤੁਸੀਂ ਸੋਚਦੇ ਸਾਨੂੰ ਕੁਛ ਨਹੀਂ ਚਾਹੀਦਾ, ਫਿਰ ਵੀ ਮਨ ਚੱਲਦਾ ਹੈ। ਪਰ ਤੁਸੀਂ ਗਹਿਰਾਈ ਦੇ ਤਲ 'ਤੇ ਨਹੀਂ ਨਾ ਇਸ ਗੱਲ ਨੂੰ ਖਿਆਲ ਵਿੱਚ ਲਿਆ ਸਕਦੇ ਵੀ ਮਨ ਦਾ ਚੱਲਣਾ ਹੀ ਅਸੰਤੁਸ਼ਟਤਾ ਤੋਂ ਪੈਦਾ ਹੋ ਰਿਹਾ ਹੈ। ਕੁਛ ਨਾ ਕੁਛ ਕਮੀ ਹੈ, ਤਾਂ ਹੀ ਤੁਸੀਂ ਸੋਚ ਰਹੇ ਹੋ। ਕੋਈ ਨਾ ਕੋਈ ਊਣਤਾ ਹੀ ਹੈ, ਭਾਵੇਂ ਇਹੋ ਹੀ ਕਮੀ ਹੋਵੇ, ਤੁਹਾਡੇ ਕੋਲ ਗਿਆਨ ਘੱਟ ਹੈ, ਜਾਂ ਹੋ ਸਕਦਾ ਕਈਆਂ ਨੂੰ ਨਾਰਾਜ਼ਗੀ ਹੋਵੇ ਵੀ ਇਹ ਜਿਹੜਾ ਬੰਦਾ ਸਮਝਾ ਰਿਹਾ ਹੈ ਆਪਣੇ ਆਪ ਨੂੰ ਕੀ ਸਮਝਦਾ, ਗਿਆਨਵਾਨ, ਇਹ ਤੇ ਆਪਣੇ ਆਪ ਨੂੰ ਅਵਤਾਰੀ ਪੁਰਸ਼ ਸਮਝੀ ਜਾਂਦਾ। ਕਈ ਕਹਿਣਗੇ ਇਹ ਭਗਤ ਸਮਝੀ ਜਾਂਦਾ, ਇਹ ਕੀ ਸਮਝਦਾ ਆਪਣੇ ਆਪ, ਅਸੀਂ ਘੱਟ, ਤਾਂ ਵੀ ਮਨ ਚੱਲੇਗਾ। ਵੀ ਤੁਸੀਂ ਆਪਣੇ ਆਪ ਨੂੰ ਮੇਰੇ ਨਾਲੋਂ ਨੀਵਾਂ ਸਮਝੋਗੇ ਤੇ ਮਨ ਚੱਲੇਗਾ। ਤੁਸੀਂ ਨੀਵੇਂ ਥੋੜ੍ਹੀ ਹੋ, ਮੇਰੇ ਨਾਲੋਂ ਘੱਟ ਥੋੜ੍ਹੀ ਹੋ। ਮੈਂ ਕਦੇ ਕਿਹਾ ਤੁਹਾਨੂੰ? ਆਪਾਂ ਸਾਰੇ ਇੱਕ ਹੀ ਹਾਂ ਤੇ ਇੱਕੋ ਤੋਂ ਹੀ ਚੱਲ ਰਹੇ ਹਾਂ। ਤੇ ਮੈਂ ਤੁਹਾਨੂੰ ਇੰਨਾ ਹੀ ਕਹਿ ਰਿਹਾ ਹਾਂ ਵੀ ਤੁਸੀਂ ਬਾਹਰੋਂ ਅਗਰ ਧਿਆਨ ਨੂੰ ਹਟਾਓਗੇ, ਸੰਤੁਸ਼ਟ ਹੋ ਜਾਓਗੇ ਵਾਸਤਵਿਕ ਦੇ ਵਿੱਚ, ਚਾਹਤ ਨਾ ਹੋਊਗੀ, ਤੇ ਤੁਸੀਂ ਸ਼ਾਂਤ ਹੁੰਦੇ ਜਾਓ ਤੇ ਆਪਣੇ ਕੇਂਦਰ ਵੱਲ ਆਉਂਦੇ ਜਾਓ। ਤੇ ਤੁਸੀਂ ਜਾਣ ਲਓਗੇ ਉਹਨੂੰ ਜਿਹੜਾ ਚਲਾਉਣ ਵਾਲਾ ਹੈ, ਤੁਹਾਡੇ ਅੰਦਰ ਬੈਠ ਕੇ ਸਰੀਰ ਨੂੰ ਚਲਾ ਰਿਹਾ, ਚਲਾ ਹੀ ਰਿਹਾ ਹੈ। ਤੇ ਜਦੋਂ ਤੁਸੀਂ ਨਿਰਵਿਚਾਰ ਹੋਗੇ, ਉਦੋਂ ਜਾਣੋਗੇ। ਜਿੰਨਾ ਚਿਰ ਵਿਚਾਰ ਕਰ ਰਹੇ ਹੋ, ਉਹਨਾਂ ਚਿਰ ਤੁਸੀਂ ਵਿਚਾਰ ਦੇ ਨਾਲ ਜੁੜੇ ਹੋਏ ਹੋ, ਸਰੀਰ ਦੇ ਨਾਲ ਜੁੜੇ ਹੋਏ ਹੋ। ਅਗਰ ਤੁਸੀਂ ਭਾਵ ਕਰ ਰਹੇ ਹੋ ਤੇ ਭਾਵ ਦੇ ਨਾਲ ਜੁੜੇ ਹੋਏ ਹੋ, ਤੇ ਉਹ ਵੀ ਸਰੀਰ ਦਾ ਹਿੱਸਾ ਹੀ ਹੈ। ਵਿਚਾਰ ਵੀ ਸਰੀਰ ਦਾ ਹਿੱਸਾ ਹੀ ਹੈ, ਸੋਚ ਵੀ ਸਰੀਰ ਦਾ ਹਿੱਸਾ ਹੀ, ਚਿੰਤਨ ਵੀ ਸਰੀਰ ਦਾ ਹਿੱਸਾ ਹੀ। ਕਿਸੇ ਦੇ ਨਾਲ ਜੁੜੇ ਹੋਏ, ਤੁਸੀਂ ਸਰੀਰ ਦੇ ਨਾਲ ਜੁੜੇ ਹੋਏ, ਸੋਚ ਰਹੇ ਤੇ ਸੋਚਣਾ ਰੁਕ ਜਾਂਦਾ ਹੈ। ਦੇਖੋ, ਰਾਤ ਨੂੰ ਤੁਸੀਂ ਸੌਂਦੇ ਹੋ ਨਾ, ਤੇ ਗਹਿਰੀ ਨੀਂਦ ਦੇ ਵਿੱਚ, ਜਿਹਨੂੰ ਸੁਸ਼ੁਪਤੀ ਕਹਿੰਦੇ ਆ, ਉਦੋਂ ਕੋਈ ਵਿਚਾਰ ਨਹੀਂ ਹੁੰਦਾ, ਨਿਰਵਿਚਾਰ ਦੀ ਅਵਸਥਾ ਹੈ। ਉਹ ਥੋੜ੍ਹੀ ਜਿਹੀ ਨੀਂਦ ਤੁਹਾਡੀ ਗਹਿਰੀ ਹੁੰਦੀ ਹੈ, ਉਹਦਾ ਕਰਕੇ ਹੀ ਤੁਹਾਨੂੰ ਐਨਰਜੀ ਮਿਲਦੀ ਹੈ। ਦਿਮਾਗ ਥੋੜ੍ਹਾ ਚਿਰ ਰੈਸਟ ਕਰਦਾ। ਇਸੇ ਕਰਕੇ ਗਿਆਨਵਾਨ ਪੁਰਸ਼ਾਂ ਨੇ ਕਿਹਾ ਹੈ ਵੀ ਸੁਸ਼ੁਪਤੀ ਵਰਗੀ ਹੀ ਸਮਾਧੀ ਹੈ। ਜਾਗਰਤ ਸੁਪਨ ਸੁਸ਼ੁਪਤੀ, ਸੁਸ਼ੁਪਤੀ ਵਰਗੀ ਸਮਾਧੀ ਹੈ ਚੌਥੀ ਅਵਸਥਾ, ਤੁਰੀ ਅਵਸਥਾ। ਸੁਸ਼ੁਪਤੀ ਦੇ ਵਿੱਚ ਤੁਸੀਂ ਟੋਟਲ ਸੌਂ ਜਾਂਦੇ ਹੋ,
ਮਨ ਬੁੱਧੀ ਚਿੱਤ ਹੰਕਾਰ ਸਭ ਕੁਝ ਸੌਂ ਗਿਆ, ਤੁਹਾਨੂੰ ਕੁਝ ਨਹੀਂ ਪਤਾ ਹੈ। ਪਰ ਚੌਥੀ ਜਿਹੜੀ ਤੁਰੀ ਅਵਸਥਾ ਹੈ ਉਹਦੇ ਵਿੱਚ ਬਾਕੀ ਸਭ ਕੁਝ ਸੌਂ ਗਿਆ ਸੁਸ਼ੁਪਤੀ ਵਾਂਗ, ਪਰ ਤੁਸੀਂ ਦੇਖਣ ਵਾਲੇ ਦੇਖ ਰਹੇ ਹੋ। ਜਿਵੇਂ ਗਹਿਰੀ ਸੁਸ਼ੁਪਤੀ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸੁੱਤੇ ਪਏ ਨੂੰ ਦੇਖ ਰਹੇ ਹੋ, ਬਸ ਇਹੋ ਹੀ ਫਰਕ ਹੋਵੇਗਾ ਸਹਿਜ ਸਮਾਧੀ ਦੇ ਵਿੱਚ। ਬਾਕੀ ਸਭ ਕੁਝ ਰੈਸਟ ਦੇ ਵਿੱਚ ਹੈ, ਸਰੀਰ ਵੀ ਰੈਸਟ ਦੇ ਵਿੱਚ ਹੈ, ਮਨ ਦੇ ਵਿੱਚ ਵੀ ਕੋਈ ਵਿਚਾਰ ਨਹੀਂ ਹੈ, ਸੁੱਤਾ ਪਿਆ ਹੈ ਦਿਮਾਗ ਵੀ, ਅੱਖਾਂ ਵੀ ਬੰਦ ਹਨ, ਬਿਲਕੁਲ ਸ਼ਾਂਤ ਹੈ। ਪਰ ਤੁਸੀਂ ਦੇਖ ਰਹੇ ਹੋ ਕਿ ਸਭ ਕੁਝ ਚੱਲ ਰਿਹਾ ਹੈ ਤੇ ਮੈਂ ਦੇਖ ਰਿਹਾ ਤੇ ਚੱਲ ਹੀ ਰਿਹਾ। ਇਹਨੂੰ ਮੈਂ ਕਿਹਾ ਸੀ ਵੀ ਬਾਹਰ ਖੜੇ ਹੋ ਕੇ ਦੇਖਣ, ਤੇ ਜੇ ਤੁਸੀਂ ਦੇਖਣ ਲੱਗ ਜਾਵੋ ਤੇ ਰਾਤ ਨੂੰ ਸੁੱਤੇ ਪਿਆ ਆਪਣੇ ਸਰੀਰ ਨੂੰ ਵੀ ਦੇਖਦੇ ਰਹੋਗੇ ਤੁਸੀਂ, ਫਿਰ ਸੁਪਨੇ ਵੀ ਨਹੀਂ ਆਉਣਗੇ, ਕਿਉਂਕਿ ਸੁਪਨੇ ਲੈਣ ਵਾਲਾ ਮਨ ਹੀ ਨਹੀਂ ਹੋਵੇਗਾ। ਤੇ ਹੌਲੀ ਹੌਲੀ ਅਗਰ ਤੁਸੀਂ ਸੰਤੁਸ਼ਟ ਹੋ ਜਾਓ, ਤੇ ਸੰਤੁਸ਼ਟ ਦੀ ਜਿਹੜੀ ਪਰਿਭਾਸ਼ਾ ਹੈ ਨਾ, ਉਹ ਮੇਰੀ ਹੋਰ ਹੈ। ਇਹ ਨਹੀਂ ਹੈ ਵੀ ਤੁਸੀਂ ਉੱਪਰੋਂ ਕਹਿੰਦੇ ਰਹੋ ਜੋ ਰੱਬ ਨੇ ਦਿੱਤਾ ਠੀਕ ਹੈ ਜੀ, ਜੋ ਰੱਬ ਨੇ ਕੀਤਾ ਠੀਕ ਹੈ, ਤੇਰਾ ਭਾਣਾ ਮਿੱਠਾ ਲੱਗੇ ਜੀ। ਇੱਦਾਂ ਨਹੀਂ, ਅੰਦਰੋਂ ਗਹਿਰੇ ਤਲ 'ਤੇ ਪੂਰੇ ਦਾ ਪੂਰਾ ਹੀ ਸਵੀਕਾਰ ਕਰਨਾ ਹੈ। ਟੋਟਲ ਜੋ ਵੀ ਹੈ, ਜਿੰਨੀ ਕੁ ਸਮਝ ਹੈ, ਜਿੰਨੀ ਕੁ ਅਕਲ ਹੈ, ਜੋ ਵੀ ਕੁਛ ਹੈ, ਟੋਟਲ ਸਵੀਕਾਰ ਕਰ ਲੈਣਾ ਹੈ ਇਸ ਛਣ ਦੇ ਵਿੱਚ, ਫਿਰ ਬੈਠਣਾ। ਤੇ ਜਦੋਂ ਟੋਟਲ ਸਵੀਕਾਰ ਕਰਕੇ ਬੈਠੋਗੇ ਨਾ, ਤਾਂ 100% ਸਵੀਕਾਰ ਦੇ ਵਿੱਚ ਮਨ ਨਹੀਂ ਚੱਲਦਾ। ਥੋੜ੍ਹਾ ਜਿਹਾ ਅਸਵੀਕਾਰ ਹੋਵੇ ਤੇ ਮਨ ਚੱਲਦਾ, ਰੰਚਕ ਮਾਤਰ, ਬਸ ਉੱਥੋਂ ਚੱਲ ਪਏ। ਤੇ ਜਿਹਦਾ ਟੋਟਲ ਸਵੀਕਾਰ ਕਰ ਲੈਂਦਾ ਹੈ ਨਾ, ਸੰਤੁਸ਼ਟ ਹੋ ਜਾਂਦਾ, ਸੰਤੋਖੀ ਹੋ ਜਾਂਦਾ, ਉਹਨੂੰ ਤੇ ਫਿਰ ਰੱਬ ਦਿਖਣ ਲੱਗ ਜਾਂਦਾ। ਕਹੇ ਭੀਖਨ ਦੋਇ ਨੈਣ ਸੰਤੋਖੇ, ਜਹ ਦੇਖਾਂ ਤਹ ਸੋਈ। ਭਗਤ ਭੀਖਨ ਜੀ ਕਹਿੰਦੇ ਹੈ ਮੇਰੇ ਨੈਣ ਸੰਤੁਸ਼ਟ ਹੋ ਗਏ, ਭਾਵ ਕਿ ਦੇਖਣ ਦੀ ਇੱਛਾ ਨਹੀਂ ਰਹਿ ਗਈ, ਹੁਣ ਚਾਹ ਨਹੀਂ ਰਹਿ ਗਈ, ਇੰਨੇ ਸੰਤੁਸ਼ਟ ਹੋ ਗਏ। ਨੇਤਰ ਖੁੱਲ੍ਹੇ ਹੋਣੇ, ਚਾਹ ਨਹੀਂ ਹੈ। ਜਦੋਂ ਚਾਹ ਹੀ ਨਹੀਂ ਹੈ ਦੇਖਣ ਦੀ, ਫਿਰ ਉਹ ਦੇਖਦਾ। ਚਾਹ ਤੁਹਾਡੀ ਹੁੰਦੀ ਹੈ, ਉਹਦੀ ਕੋਈ ਚਾਹ ਨਹੀਂ ਹੁੰਦੀ।